गुड मॉर्निंग गाइस एंड वेलकम बैक टू देस इन कैनेडा। ਇਹ ਸਿਰਫ એનર્ਜੀ इसलिए है क्योंकि ਅੱਜ ਵੈਨਸਡੇ ਹੈ। ਅਗਰ ਇਹੀ ਅੱਜ ਮੰਡੇ ਹੁੰਦਾ ਤਾਂ ਮੇਰੀ એનર્ਜੀ ਤੁਸੀਂ ਇੰਨਾ ਬਿਲਕੁਲ ਨਾ ਦੇਖਦੇ। ਸੋ ਐਨੀਵੇਜ਼ ਟੁਡੇ ਇਜ਼ ਵੈਨਸਡੇ ਐਂਡ ਇਟ ਇਜ਼ ਆਲਮੋਸਟ 9 o'clock ਤੇ ਮੈਂ ਆਪਣਾ ਵਰਕ ਸਟਾਰਟ ਕਰਨ ਲੱਗੀ ਸੀ। ਸੋ ਆਈ ਥਾਟ ਵਾਈ ਨਾਟ ਸ਼ੇਅਰ ਵਿਦ ਯੂ ਗਾਈਜ਼ ਮਾਈ 9 to 5 ਜੌਬ ਰੂਟੀਨ ਇਨ ਕੈਨੇਡਾ, ਮਾਈ ਵਰਕ ਫਰੋਮ ਹੋਮ ਸੈਟਅਪ ਐਂਡ ਐਵਰੀਥਿੰਗ। ਇਨ ਮੰਥ ਆਫ ਸੈਪਟੈਂਬਰ ਅਜੇ ਅਸੀਂ ਘਰੋਂ ਹੀ ਕੰਮ ਕਰ ਰਹੇ ਹਾਂ, ਬਾਅਦ ਵਿੱਚ ਪਤਾ ਨਹੀਂ ਸਾਨੂੰ ਆਫਿਸ ਜਾਣਾ ਪਏ ਕਿ ਨਹੀਂ। ਸੋ ਆਈ ਥਾਟ ਵਾਈ ਨਾਟ ਟੂ ਸ਼ੇਅਰ ਵਿਦ ਯੂ ਗਾਈਜ਼ ਹਾਊ ਆਈ ਵਰਕ ਫਰੋਮ ਹੋਮ ਇਨ ਕੈਨੇਡਾ, ਮਾਈ 9 to 5 ਜੌਬ। ਸੋ ਗਾਈਜ਼ ਦਿਸ ਇਜ਼ ਮਾਈ ਵਰਕ ਸਟੇਸ਼ਨ। ਘਰੋਂ ਕੰਮ ਕਰਨ ਵਕਤ ਮੈਂ ਇੱਧਰ ਹੀ ਕੰਮ ਕਰਦੀ ਹਾਂ। ਤੁਸੀਂ ਮੇਰੀ ਪਿਛਲੀ ਵੀਡੀਓ 'ਚ ਦੇਖਿਆ ਹੋਏਗਾ ਕਿ ਸੈਟਅਪ ਥੋੜਾ ਡਿਫਰੈਂਟ ਹੁੰਦਾ ਸੀ। ਮੈਂ ਅੰਦਰ ਵੀਡੀਓਜ਼ ਬਣਾਉਂਦੀ ਸੀ ਇਨ ਰੂਮ, ਬਟ ਕਿਉਂਕਿ ਕਰਨ ਜੋ ਮੇਰੇ ਹਸਬੈਂਡ ਹੈ ਉਹਨਾਂ ਦਾ ਹੁਣ ਨਾਈਟ ਸ਼ਿਫਟ ਹੁੰਦੀ ਹੈ। ਹੀ ਡੂ ਗ੍ਰੇਵਯਾਰਡ ਸ਼ਿਫਟ ਐਂਡ ਹੀ ਲੀਵਸ ਹੋਮ ਬਾਈ 5:30 ਤੇ ਉਹ ਆਉਂਦੇ ਨੇ ਸਵੇਰੇ 7 o'clock ਜਾਂ 6:30 ਜਦੋਂ ਮੇਰਾ ਉੱਠਣ ਦਾ ਟਾਈਮ ਹੁੰਦਾ ਹੈ। ਫਿਰ ਉਹਨੂੰ ਡਿਸਟਰਬੈਂਸ ਹੁੰਦੀ ਹੈ ਔਰ ਮੇਰਾ ਕੰਮ ਸਟਾਰਟ ਹੋ ਜਾਂਦਾ 9 ਵਜੇ, ਠੀਕ ਹੈ ਨਾ। ਇਸ ਲਈ ਮੈਂ ਆਪਣਾ ਸਾਰਾ ਸੈਟਅਪ ਬਾਹਰ ਨੂੰ ਮੂਵ ਕਰ ਲਿਆ ਸੋ ਦੈਟ ਕਿ ਉਹ ਆਰਾਮ ਨਾਲ ਕਮਰੇ ਵਿੱਚ ਅੱਛੀ ਤਰ੍ਹਾਂ ਸੋ ਜਾਏ। ਤੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹਾਂਗੀ। ਜੋ ਤੁਸੀਂ ਇੱਥੇ ਆਉਂਦੇ ਹੈਗੇ ਹੋ ਹੈ ਨਾ, ਸਟਰਗਲ ਆਪਾਂ ਕਹਿੰਦੇ ਆ ਬਹੁਤ ਸਟਰਗਲ ਹੈਗੀ ਹੈ ਨਾ, ਸਟਰਗਲ ਫੇਸ ਕਰਨੀ ਪੈਂਦੀ ਹੈ। ਬਟ ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਤੁਸੀਂ ਖੁਸ਼ੀ ਸਟਰਗਲ ਨੂੰ ਫੇਸ ਕਰੋ ਤੇ ਕਹੋ ਕਿ ਕੋਈ ਗੱਲ ਨਹੀਂ ਇਹ ਚੀਜ਼ ਟੈਂਪਰੇਰੀ ਹੈ ਤੇ ਬਾਅਦ ਵਿੱਚ ਚੱਲ ਕੇ ਸਭ ਕੁਝ ਠੀਕ ਹੋ ਜਾਏਗਾ। ਜਾਂ ਤਾਂ ਦੂਜੀ ਗੱਲ ਹੋ ਸਕਦੀ ਹੈ ਤੁਸੀਂ ਕਹੋ ਕਿ ਨਹੀਂ ਯਾਰ ਇੱਧਰ ਤਾਂ ਐਵੇਂ ਹੈ ਅਸੀਂ ਤਾਂ ਨਹੀਂ ਸਰਵਾਈਵ ਕਰ ਸਕਦੇ ਹੈ ਨਾ। ਤੁਹਾਨੂੰ ਅੰਦਰੋਂ ਤੁਸੀਂ ਦੁਖੀ ਹੁੰਦੇ ਰਹੋਗੇ, ਕਿਉਂ ਕੈਨੇਡਾ ਆਏ, ਇੰਡੀਆ ਹੀ ਵਧੀਆ ਸੀਗਾ ਹੈ ਨਾ, ਵਾਪਿਸ ਜਾਣਾ ਹੈ ਵਗੈਰਾ ਸਾਰਾ ਕੁਝ, ਠੀਕ ਹੈ ਨਾ। ਮੈਂ ਇਹ ਨਹੀਂ ਕਹਿੰਦੀ ਕਿ ਬੰਦਾ ਦੁਖੀ ਨਹੀਂ ਹੁੰਦਾ ਜਾਂ ਕੁਝ ਵੀ ਹੈ ਨਾ। ਐਵਰੀਬਡੀ ਫੀਲਸ ਕਿ ਇੱਥੇ ਆ ਕੇ ਕਾਫੀ ਔਖਾ ਹੋ ਜਾਂਦਾ ਹੈ, ਇਟਸ ਸਟਰਗਲ ਓਵਰ ਹੇਅਰ। ਬਟ ਇਫ ਯੂ ਵਿਲ ਕੀਪ yourself ਹੈਪੀ, ਕੀਪ yourself motivated ਕਿ ਇਹ ਚੀਜ਼ ਟੈਂਪਰੇਰੀ ਹੈ, trust me your journey will be much smoother than if you will cry or whine about the little things which will happen। ਹੁਣ ਸਾਡਾ 1 bedroom ਅਪਾਰਟਮੈਂਟ ਹੈ ਨਾ, ਛੋਟਾ ਅਪਾਰਟਮੈਂਟ ਹੈਗਾ। I was sitting in bedroom, ਮੇਰਾ ਸਾਰਾ ਵਰਕ ਸਟੇਸ਼ਨ ਉੱਥੇ ਸੀਗਾ। I had my study table and everything, but ਹੁਣ ਕਰਨ ਦੀ ਗ੍ਰੇਵਯਾਰਡ ਸ਼ਿਫਟ ਹੈਗੀ ਹੈ ਨਾ, ਪੂਰੀ ਰਾਤ ਉਹਨੂੰ ਜਾਗਣਾ ਪੈਂਦਾ ਕਿ ਮੈਂ ਕਵਾਂ ਕਿ ਲੈ ਯਾਰ ਇਹ ਕੀ ਹੈ ਨਾ, ਛੋਟਾ ਘਰ ਹੈ, ਅਪਾਰਟਮੈਂਟ ਛੋਟਾ, ਫਿਰ ਇੱਦਾਂ ਕੰਮ ਨਹੀਂ ਚੱਲਦਾ। ਹੁਣ ਬਹੁਤ ਗਿਆਨ ਹੋ ਗਿਆ। ਐਂਡ ਆਲਸੋ ਲੈਟ ਮੀ ਨੋ ਅਗਰ ਤੁਹਾਨੂੰ ਮੇਰਾ ਗਿਆਨ ਨਹੀਂ ਪਸੰਦ, ਮੈਂ ਨਹੀਂ ਦੇਵਾਂਗੀ, ਬਟ ਆਈ ਫੀਲ ਲਾਈਕ I should share these things with you and I hope you like these tiny things which I say to you। ਅਗਰ ਤੁਹਾਨੂੰ ਨਹੀਂ ਵਧੀਆ ਲੱਗਦਾ ਫਿਰ ਵੀ ਮੈਨੂੰ ਦੱਸ ਦਿਓ, ਕੋਈ ਚੱਕਰ ਨਹੀਂ, ਆਪਾਂ ਨਹੀਂ ਗਿਆਨ ਦੇਵਾਂਗੇ। ਚਲੋ ਹੁਣ now I have to work। ਤੁਸੀਂ ਟਾਈਮ ਲੈਪਸ 'ਚ ਦੇਖਿਆ ਹੋਣਾ how my day progress। In beginning I'm happy, I'm smiling, and as the day progress ਬਸ ਉਹ smile ਕਿੱਧਰ ਚਲੇ ਜਾਂਦੀ ਹੈ। But anyways I have to also talk to you about something। ਤੁਸੀਂ ਕਹੋਗੇ ਕਿੰਨਾ ਬੋਲਦੀ ਹੈ। ਅਗਰ ਮੈਂ ਡੇਲੀ ਵਲੌਗਸ ਬਣਾਉਣਾ ਸ਼ੁਰੂ ਕਰਦਾ ਗਾਈਜ਼ ਤੇ ਤੁਸੀਂ ਨਾ ਮੇਰੇ ਤੋਂ ਤੰਗ ਆ ਜਾਓਗੇ। ਮੈਂ ਇੰਨਾ ਸਾਰਾ ਬੋਲ ਸਕਦੀ ਹੈਗੀ ਆ, ਮੈਨੂੰ ਬਸ ਕੁਝ ਕਹਿਣ ਦੀ ਹੱਦ ਨਹੀਂ। ਸੋ ਗਾਈਜ਼ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਨੀ ਸੀ। ਆਈ ਹੈਵ ਟੂ ਸ਼ੇਅਰ ਸਮਥਿੰਗ ਵਿਦ ਯੂ ਗਾਈਜ਼ ਵਿਚ ਇਜ਼ ਟਰਬਲਿੰਗ ਮੀ ਫॉर ਸੋ ਲੌਂਗ। ਸੋ ਟੂਡੇ ਵਲੌਗ ਇਜ਼ ਕਾਈਂਡ ਆਫ ਰॉ ਐਂਡ ਨੈਚੁਰਲ। ਸੋ ਮੈਂ ਕਿਹਾ ਤੁਹਾਡੇ ਨਾਲ ਡਿਸਕਸ ਕਰਾਂ, ਵਾਈ ਨਾਟ ਟੂ ਸ਼ੇਅਰ ਮਾਈ ਫੀਲਿੰਗਸ ਵਿਦ ਯੂ ਗਾਈਜ਼ so that we guys can connect on a personal level है ना। कुछ हफ्ते तो I haven't been fully motivated to make videos because I feel like I'm not liking my content, I'm not liking what I'm making, I'm just making for sake of releasing video जो कि मैं बिल्कुल नहीं जानती। trust me मेरा मेन पर्पस चैनल बनाने ਦਾ ਇਹ ਨਹੀਂ ਸੀਗਾ ਕਿ ਮੈਂ ਵੀਡੀਓਜ਼ ਉੱਤੇ ਵੀਡੀਓਜ਼ ਬਣਾਈ ਜਾਵਾਂ ਐਂਡ ਦੈਟਸ ਆਲ ਹੈ ਨਾ, ਕੋਈ ਹੋਰ ਲੈਣਾ ਦੇਣਾ ਨਹੀਂ। ਮੇਰਾ ਮਤਲਬ ਸੀਗਾ ਕਿ ਮੈਂ ਤੁਹਾਨੂੰ ਐਂਟਰਟੇਨ ਕਰ ਸਕਾਂ ਪਲੱਸ also give you some kind of information about Canada। ਹੁਣ ਮੈਨੂੰ ਕੈਨੇਡਾ ਆਏ ਕਾਫੀ ਸਾਲ ਹੋ ਗਏ ਹੈ ਐਂਡ ਸਟਿਲ ਆਈ ਐਮ ਲਰਨਿੰਗ ਸੋ ਮੈਨੀ ਨਿਊ ਥਿੰਗਸ ਐਂਡ ਆਈ ਵਾਂਟ ਟੂ ਸ਼ੇਅਰ ਦੋਜ਼ ਥਿੰਗਸ ਵਿਦ ਯੂ ਗਾਈਜ਼ ਹੈ ਨਾ। ਬਟ ਤੁਸੀਂ ਕਹਿ ਲਓ ਕਿ ਲਾਈਕ I don't know for some reason my content is not showing that, इसलिए मैं बहुत डिमोटिवेट ਸੀਗੀ। ਮੈਨੂੰ ਪਤਾ ਨਹੀਂ ਤੁਸੀਂ ਇਹ ਦੇਖਣਾ ਵੀ ਚਾਹੁੰਦੇ ਹੋ ਕਿ ਨਹੀਂ ਹੈ ਨਾ।
ਤੇ ਮੈਨੂੰ ਲੱਗ ਰਿਹਾ ਕਿ ਆਪਣਾ ਕੋਈ ਕਨੈਕਸ਼ਨ ਨਹੀਂ ਹੋ ਰਿਹਾ ਮੇਰਾ ਤੇ ਤੁਹਾਡਾ ਜੋ ਤੁਸੀਂ ਮੈਨੂੰ ਦੇਖ ਰਹੇ ਹੋ ਹਨਾ ਐਂਡ ਆਈ ਵਾਂਟ ਦੈਟ ਕਨੈਕਸ਼ਨ ਵੈਰੀ ਸਟਰੋਂਗਲੀ ਐਂਡ ਆਈ ਆਲਸੋ ਵਾਂਟ ਟੂ ਐਂਟਰਟੇਨ ਹਨਾ ਮੈਂ ਸਿਰਫ ਬਹਿ ਕੇ ਇਨਫੋਰਮੇਸ਼ਨ ਦੇ ਕੇ 5 ਮਿੰਟ ਦੀ 10 ਮਿੰਟ ਦੀ ਐਂਡ ਦੈਟਸ ਆਲ ਮੈਂ ਇੱਦਾਂ ਦਾ ਵੀਡੀਓਜ਼ ਨਹੀਂ ਚਾਹੁੰਦੀ ਸੀ ਸੋ ਆਈ ਐਮ ਮੇਕਿੰਗ these videos ਜਿਵੇਂ ਕਿ ਅੱਜ ਦੀ ਵੀਡੀਓ ਹੈ I want to start something new so that it is interesting to watch ਤੁਹਾਨੂੰ ਮੇਰੇ ਬਾਰੇ ਪਤਾ ਲੱਗੇ ਮੈਂ ਤੁਹਾਡੇ ਬਾਰੇ ਜਾਨਣਾ ਹਨਾ so that we can connect on personal level and also I want to share information and entertain ਆਪਣੀ mostly videos vlog style ਹੋਏਗਾ ਜਿਵੇਂ ਅੱਜ ਦਾ ਸੀਗਾ maybe daily vlogging as well because I love to make daily vlogs I really love to make vlogs so I hope you will like these kind of vlog and ਅਗਰ ਤੁਹਾਡੇ ਕੋਲ ਕੋਈ ਵੀ suggestion ਹੈ guys ਮੈਂ I think ਹਰ ਵੀਡੀਓ ਤੇ ਪੁੱਛਦੀ ਹਾਂ please do tell me in comment section ਜੇ ਤੁਸੀਂ ਮੈਨੂੰ ਅੱਜ ਸਕਾਈ ਬਹੁਤ ਹੀ ਜ਼ਿਆਦਾ ਸੋਹਣਾ ਹੈ ਗਾਇਜ਼ ਇਟਸ ਸੋ ਪ੍ਰੀਟੀ ਕੱਲ ਬਹੁਤ ਜ਼ਿਆਦਾ ਥੰਡਰਸਟੋਰਮ ਹੋਈ ਸੀ ਹੁਣ ਤਾਂ ਧੁੱਪ ਚੜ ਗਈ ਹੈ ਇੱਥੇ ਇਹ ਗੱਲ ਹੈ ਵੈਦਰ ਦਾ ਤੁਸੀਂ ਕਹਿ ਨਹੀਂ ਸਕਦੇ ਕਦੋਂ ਕਿਹੜਾ ਹੋ ਜਾਂਦਾ ਹੈ ਤੇ ਬਾਹਰ ਰਸ਼ ਵੀ ਕਾਫੀ ਹੈ ਕਿਉਂਕਿ ਬੈਕ ਟੂ ਸਕੂਲ ਹੋ ਗਿਆ ਐਂਡ ਦੇਰ ਇਜ਼ ਕੰਸਟਰਕਸ਼ਨ ਗੋਇੰਗ ਔਨ ਜਿਸ ਦੇ ਕਾਰਨ ਇੰਨੀ ਜ਼ਿਆਦਾ ਆਵਾਜ਼ ਕੱਲ੍ਹ ਹੀ ਮੈਨੂੰ ਕਰਨ ਨੇ ਦਿੱਤੀ ਹੈਗੀ ਹੈ ਐਂਡ ਇਸ ਦੇ ਕਾਰਨ ਬਾਹਲੀ ਆਵਾਜ਼ ਨਹੀਂ ਆਉਂਦੀ ਬਟ ਡਿਸਟਰਬੈਂਸ ਤਾਂ ਹੁੰਦੀ ਸੀਗੀ ਬਟ ਲੁੱਕ ਐਟ ਦ ਵਿਊ and apartment tour is also coming very soon so stay with us subscribe to the channel and now let's get back to the work and also I want to show you guys something from here we can see the CN Tower can you see this So now it's almost 11 AM and it's my break time. इसलिए मैं अपना breakfast करांगी. Today I made oats pancake with some fruits, peanut butter, nuts, banana and everything. And मैं ਤੁਹਾਨੂੰ ਥੋੜਾ ਬਹੁਤਾ ਦੱਸ ਦੇਣੀ ਹੈਗੀ ਆ ਕਿ ਇੱਥੇ ਦਾ ਵਰਕ ਦਾ ਕੀ ਸਿਸਟਮ ਹੈ ਹਨਾ Ontario ਵਿੱਚ specifically ਕਿਉਂਕਿ ਮੈਂ Ontario ਵਿੱਚ ਹਾਂ ਹਨਾ when you are working from 9 to 5 or if you are working 8 hours or 10 hours ਜਿੱਦਾਂ ਵੀ ਹਨਾ ਤੁਹਾਨੂੰ breaks ਨਾਲ ਜ਼ਰੂਰ ਮਿਲਣਗੀਆਂ now it is a rule over here that your employee can't deny you any break for example I work from 9 to 5 which is like 8 hours so I get 2 15 minutes break and one half an hour break one 15 minutes break ਲੰਚ ਬ੍ਰੇਕ ਤੋਂ ਪਹਿਲਾਂ ਤੇ ਦੂਜੀ 15 ਬ੍ਰੇਕ ਲੰਚ ਬ੍ਰੇਕ ਤੋਂ ਬਾਅਦ ਹੁਣ ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਉਹ ਲੰਚ ਬ੍ਰੇਕ ਤੇ ਬਾਕੀ ਬ੍ਰੇਕਸ ਲੈਣਾ ਚਾਹੁੰਦੇ ਹੋ ਕਿ ਨਹੀਂ ਬਟ ਯੋਰ EMPLOYE can't say that you can't take break in my company we can take break anytime ਕੋਈ ਫਿਕਸਡ ਟਾਈਮ ਨਹੀਂ ਹੁੰਦਾ ਕਿ 1 ਵਜੇ ਹੀ ਲੰਚ ਟਾਈਮ ਹੈ we can take break any ਹੁਣ ਮੇਰਾ ਕੰਮ ਕੀ ਹੈ so I work as a pre-sales engineer ਹੁਣ pre-sales engineer ਕੀ ਕਰਦਾ ਹੈ ਮੈਂ ਕੀ ਕਰਦੀ ਹਾਂ ਹਨਾ ਨਾਲ ਸੌਰੀ ਮੈਂ ਖਾਵਾਂਗੀ ਵੀ ਕਿਉਂਕਿ 15 ਮਿੰਟ ਹੀ ਹੁੰਦੇ ਨੇ ਤੇ ਪ੍ਰੀ-ਸੇਲਸ ਇੰਜੀਨੀਅਰ ਬੇਸਿਕਲੀ ਕਰਦਾ ਹੈਗਾ ਕਿ ਬਿਫੋਰ ਅ ਕਸਟਮਰ ਮੇਕ ਅ ਡਿਸੀਜਨ ਹਨਾ ਤੁਹਾਨੂੰ ਪੇਮੈਂਟ ਕਰੇ ਸਾਰਾ ਕੁਝ ਉਸ ਤੋਂ ਪਹਿਲਾਂ ਦੇਖਣਾ ਪੈਂਦਾ ਕਿ whether my software my company software is viable for them or not ਕਿ ਉਹਨਾਂ ਦੀ ਕੰਪਨੀ ਵਿੱਚ ਕਿੱਦਾਂ ਸਾਡਾ ਸੌਫਟਵੇਅਰ ਸੁਟੇਬਲ ਹੋਏਗਾ ਕਿੰਨੀ ਪਰਚੇਜ਼ ਹੋਏਗੀ ਕਿੰਨੀ ਕਾਸਟ ਹੋਏਗੀ everything a pre-sales engineer does so this is my work and it is okay but sometimes it's too hectic but ਚਲੋ ਜੋ ਵੀ ਹੈਗਾ ਹਨਾ ਹੁਣ ਮੈਂ ਖਾਵਾਂਗੀ ਫਟਾਫਟ ਆਪਣਾ ਬ੍ਰੇਕਫਾਸਟ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਅੱਗੋਂ ਤੁਸੀਂ ਹੁਣ ਇਹ ਮੈਟਰਸ ਦੇਖ ਰਹੇ ਹੋਵੋਗੇ ਥੋੜਾ ਜਿਹਾ ਗੰਦਾ ਹੋਇਆ ਹੈ ਬਟ I got this mattress from Waterloo Mattress ਤੁਸੀਂ ਵੈਬਸਾਈਟ ਵੀ ਨੋਟ ਕਰ ਸਕਦੇ ਹੋ this was my first mattress ਜਦੋਂ ਮੈਂ ਕੈਨੇਡਾ ਪਹਿਲੀ ਵਾਰੀ ਆਈ ਸੀ Waterloo ਤੇ ਇਹ ਮੇਰਾ ਮੈਟਰਸ ਸੀਗਾ because my apartment was not furnished ਹੁਣੇ ਸਾਡੀ ਕਜ਼ਨ ਆਈ ਸੀਗੀ ਇਸ ਲਈ ਅਸੀਂ ਮੈਟਰਸ ਬਾਹਰ ਕੱਢਿਆ ਹੈਗਾ she is also studying in Conestoga College ਤੇ ਫਿਰ ਉਹ ਸਾਡੇ ਕੋਲ ਰਹੀ ਸੀ ਥੋੜੇ ਦਿਨ ਤੇ ਇਹ ਮੈਟਰਸ ਨੇ ਮੇਰਾ ਬਹੁਤ ਸਾਥ such a good condition I got it for like $200 which was expensive but ਅਜੇ ਤੱਕ it is almost 6 years ਤੇ ਅਜੇ ਤੱਕ ਇਹ ਬਿਲਕੁਲ ਵਧੀਆ ਥੋੜਾ ਬਹੁਤਾ ਗੰਦਾ ਹੋ ਗਿਆ ਕਿਉਂਕਿ ਮੈਂ ਟਰੈਵਲ ਵੀ ਕੀਤਾ ਵਾਟਰਲੂ ਟੋਰਾਂਟੋ ਤੋਂ ਤੇ ਕਿੰਨੇ ਸਾਰੇ ਮੂਵ ਵੀ ਕੀਤੇ ਆ but I will suggest ਕਿ ਤੁਸੀਂ furnished apartment ਹੀ ਲਓ because it becomes very difficult to carry mattress everywhere ਤੇ ਤੁਹਾਡਾ ਦਿਲ ਵੀ ਨਹੀਂ ਕਰਦਾ ਸੁੱਟਣ ਨੂੰ ਤਾਂ ਮੈਂ ਵੀ ਸੁੱਟ ਸਕਦੀ ਸੀਗੀ ਬਟ ਦਿਲ ਨਹੀਂ ਕਰਦਾ ਨਾ ਕਿ ਸੁੱਟਣ ਨੂੰ ਤੇ ਕੰਮ ਵੀ ਬਹੁਤ ਜ਼ਿਆਦਾ ਆ ਜਾਂਦਾ ਹੈਗਾ ਤੇ ਹੁਣ ਆਪਾਂ ਬਣਾਵਾਂਗੇ ਬੀਟ ਕੀਤੀ ਹੋਈ ਵਾਲੀ ਕਾਫੀ ਨਾਓ ਇਟਸ ਆਲਮੋਸਟ 12:30
ਤੇ ਯੂਜੂਲੀ ਜਦੋਂ ਮੈਂ ਆਫਿਸ ਜਾਂਦੀ ਸੀ ਉਹ ਤਾਂ ਮੈਂ 1 ਵਜੇ ਕਰ ਲੈਂਦੀ ਹੁੰਦੀ ਸੀ ਲੰਚ ਹੈ ਨਾ, ਬਟ ਆਈ ਟੋਲਡ ਯੂ ਰਾਈਟ ਕਿ ਕਰਨ ਦੀ ਗ੍ਰੇਵਯਾਰਡ ਸ਼ਿਫਟ ਹੁੰਦੀ ਹੈ, ਰਾਤੀ ਹੁੰਦੀ ਹੈ, ਤੇ ਫਿਰ ਅਸੀਂ ਦੋਨੋਂ ਸਿਰਫ ਇੱਕ ਮੀਲ ਇਕੱਠਾ ਕਰ ਸਕਦੇ ਹੈਗੇ ਹਾਂ ਜੋ ਕਿ ਲੰਚ ਹੈ। ਬਟ ਹੀ ਵੇਕਸ ਅਪ ਐਟ ਅਰਾਊਂਡ 3 PM ਆਪਣੀ ਪੂਰੀ 7-8 ਆਵਰ ਸਲੀਪ ਤੋਂ ਬਾਅਦ। ਤੇ ਫਿਰ ਮੈਂ ਕਹਿੰਦੀ ਹਾਂ ਚਲੋ ਕੋਈ ਗੱਲ ਨਹੀਂ 3 ਵਜੇ ਦੀ ਵੇਟ ਕਰ ਲੈਂਦੇ ਹਾਂ, ਐਟਲੀਸਟ ਇੱਕ ਮੀਲ ਤਾਂ ਇਕੱਠਾ ਕਰੀਏ, ਕਿਉਂਕਿ ਬ੍ਰੇਕਫਾਸਟ ਹੀ ਡੂ ਵੈਨ ਹੀ ਕਮ ਹੋਮ, ਉਦੋਂ ਮੈਂ ਸੋ ਰਹੀ ਹੁੰਦੀ ਹਾਂ। ਡਿਨਰ ਵਕਤ ਉਹ ਕੰਮ 'ਤੇ ਚਲੇ ਜਾਂਦਾ ਹੈਗਾ, ਫਿਰ ਸਿਰਫ ਲੰਚ ਹੀ ਰਹਿ ਜਾਂਦਾ ਹੈ। ਸੋ ਹੁਣੇ ਮੈਂ ਕੌਫੀ ਪੀਵਾਂਗੀ। ਮੇਰੀ ਕੌਫੀ ਟੀ ਦੀ ਇੱਦਾਂ ਦੀ ਸਿਚੁਏਸ਼ਨ ਹੈ, ਔਨ ਐਂਡ ਆਫ, ਕਦੀ ਕਦੀ ਪੀ ਲਈ, ਕਦੀ ਕਦੀ ਨਹੀਂ ਹੈ ਨਾ। ਕਦੀ ਵਿੱਚ ਮੈਂ ਬਿਲਕੁਲ ਹੀ ਬੰਦ ਕਰਤੀ ਸੀ ਚਾਹ ਕੌਫੀ ਪੀਣੀ, ਹੁਣ ਦੁਬਾਰਾ ਤੋਂ ਸਟਾਰਟ ਕਰਤੀ ਹੈਗੀ ਹੈ। ਬਟ ਨਾਓ ਆਈ ਵਿਲ ਹੈਵ ਕੌਫੀ ਐਂਡ ਦੈਨ ਆਈ ਵਿਲ ਗੈਟ ਬੈਕ ਟੂ ਵਰਕ। ਤੇ ਮੈਂ ਤੁਹਾਨੂੰ ਥੋੜ੍ਹਾ ਦੱਸਦੀ ਹਾਂ ਕੀ ਸੀਨ ਹੁੰਦਾ ਮੇਰੇ ਕੰਮ ਦਾ। ਸਾਨੂੰ ਐਵਰੀ ਡੇ ਇਨ ਦਾ ਮਾਰਨਿੰਗ ਪੂਰੀ ਲਿਸਟ ਦਿੱਤੀ ਜਾਂਦੀ ਹੈ ਕਿ ਅਸੀਂ ਕੀ ਅੱਜ ਕਰਨਾ ਹੈਗਾ ਅਤੇ ਕੀ ਰਿਕੁਐਸਟ ਹੈਗੀਆਂ ਨੇ, ਜਾਂ ਫਿਰ ਤੁਸੀਂ ਕਹਿ ਲਓ ਟਿਕਟ ਹੈ ਨਾ। ਕਈ ਲੋਕਾਂ ਨੂੰ ਹੁੰਦਾ ਟਿਕਟਸ ਆਉਂਦੀਆਂ ਨੇ, ਬਟ ਸਾਨੂੰ ਟਿਕਟਸ ਨਹੀਂ, ਸਾਨੂੰ ਰਿਕੁਐਸਟ ਆਉਂਦੀਆਂ ਹੈਗੀਆਂ ਨੇ, ਅਤੇ ਉਹ ਸਾਰੀ ਇਨ ਆਰਡਰ ਹੁੰਦੀ ਹੈ ਕਿ ਕਿਵੇਂ ਤੁਸੀਂ ਕੰਪਲੀਟ ਕਰਨੀ ਹੈ। ਸਾਰਾ ਕੁਝ ਪਹਿਲਾਂ ਦੱਸਿਆ ਜਾਂਦਾ ਐਵਰੀ ਮਾਰਨਿੰਗ, ਅਤੇ ਉਸ ਹਿਸਾਬ ਨਾਲ ਅਸੀਂ ਸਾਰੀ ਰਿਕੁਐਸਟ ਲੈਣੀਆਂ ਹੁੰਦੀਆਂ ਨੇ ਅਤੇ ਕੰਪਲੀਟ ਕਰਨੀ ਹੁੰਦੀ ਹੈ। ਸੋ ਇਹ ਥੋੜ੍ਹਾ ਜਿਹਾ ਮੇਰਾ ਓਵਰਵਿਊ ਸੀਗਾ ਕੰਮ ਦਾ। ਅਗਰ ਤੁਹਾਡੇ ਕੋਲ ਵੈਸੇ ਵੀ ਕੋਈ ਕੁਐਸਚਨਸ ਹੋਣ ਕਿ ਕੈਨੇਡਾ 'ਚ ਕਿੱਦਾਂ ਦਾ ਹੁੰਦੇ ਆ ਕੰਮ, ਜਾਂ ਫਿਰ ਫੁੱਲ ਟਾਈਮ ਜੋਬ ਬਾਰੇ, ਤਾਂ ਮੈਨੂੰ ਜ਼ਰੂਰ ਦੱਸਣਾ। ਅਤੇ ਹੁਣ ਮੈਂ ਸੋਚ ਰਹੀ ਹਾਂ ਕਿ ਕਿੱਦਾਂ ਵਲੌਗ ਬਣਾਉਂਦੇ ਨੇ ਨਾ ਲੋਕੀ, ਕਿੰਨਾ ਔਖਾ ਹੁੰਦਾ ਡੇਲੀ ਵਲੌਗ ਵਗੈਰਾ ਬਣਾਉਣਾ। ਹੈਟਸ ਆਫ ਟੂ ਦ ਪੀਪਲ ਹੂ ਡੂ ਦਿਸ ਐਵਰੀ ਡੇ ਔਰ ਈਵਨ twice thrice in a week or even once in a week, ਕਿਉਂਕਿ ਕੰਟੈਂਟ ਲਿਆਉਣਾ ਬਹੁਤ ਔਖਾ ਹੁੰਦਾ ਹੈ। ਹੁਣ ਮੈਂ ਸੋਚ ਰਹੀ ਸੀ ਕਿ my topic of this video will be that I want to show my 9 to 5 routine ਹੈ ਨਾ, ਜਾਂ ਫਿਰ my work from home routine। ਬਟ ਮੈਂ ਤੁਹਾਨੂੰ ਐਗਜ਼ੈਕਟਲੀ ਕੀ ਦਿਖਾਵਾਂ, ਕਿੰਨਾ ਕੁਛ ਹੁੰਦਾ ਦੱਸਣ ਨੂੰ, ਅਤੇ ਬਟ ਬੰਦਾ ਸੋਚਦਾ ਨਾ ਕਿ ਕੀ ਦੱਸੀਏ, ਇਹ ਦੱਸੀਏ ਕਿ ਨਹੀਂ ਦੱਸੀਏ ਹੈ ਨਾ। ਇਸ ਲਈ ਮੈਂ ਸੋਚ ਰਹੀ ਹਾਂ in my videos we should talk with each other as well, like I want to tell you so many things, and in via these vlogs I can share what I want, because sometimes it is difficult to make video on a particular topic। ਹੁਣ ਜਿਵੇਂ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਮੇਰੀ 9 to 5 ਜੋਬ ਵਿੱਚ ਐਵੇਂ ਹੁੰਦਾ, ਜਾਂ ਫਿਰ ਇੱਧਰ 9 to 5 ਜੋਬ, ਜਾਂ ਫਿਰ ਇੱਧਰ ਵਰਕਿੰਗ ਰੂਲਸ ਕੀ ਹੁੰਦੇ ਨੇ। ਹੁਣ ਮੈਂ ਉਹਦੀ ਇੱਕ ਸੈਪਰੇਟ ਵੀਡੀਓ ਨਹੀਂ ਬਣਾ ਸਕਦੀ, ਬਟ ਵਾਇਆ ਵਲੌਗ ਇਟ ਇਜ਼ ਈਜ਼ੀਅਰ ਟੂ ਕਮਿਊਨੀਕੇਟ ਐਂਡ ਇਟ ਇਜ਼ ਈਜ਼ੀਅਰ ਟੂ। ਸੋ ਗਾਈਜ਼ ਨਾਓ ਇਟਸ 1 PM, ਅਤੇ ਮੈਂ ਥੋੜ੍ਹੀ ਜਿਹੀ ਛੋਟੀ ਜਿਹੀ ਬ੍ਰੇਕ ਲਿੱਤੀ ਹੈ, ਅਤੇ ਮੈਂ ਸੋਫੇ 'ਤੇ ਬੈਠੀ ਸੀ, ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਕੁਛ ਸ਼ੇਅਰ ਕਰੀਏ ਹੈ ਨਾ। ਜੇ ਤੁਹਾਨੂੰ ਲੱਗਦਾ ਮੈਂ ਬਹੁਤ ਬੋਲਦੀ ਹਾਂ ਤੁਸੀਂ ਮੈਨੂੰ ਦੱਸ ਦੇਣਾ, ਬਟ ਮੇਰੀ ਆਦਤ ਹੈ ਹਰ ਚੀਜ਼ ਸ਼ੇਅਰ ਕਰਨ ਦੀ। ਅਤੇ ਜਦੋਂ ਕੋ 1 PM ਜਾਂ 2 PM ਹੁੰਦਾ, ਲਾਈਕ ਮਿਡ ਆਫ ਦ ਡੇ, ਮੈਨੂੰ ਪਤਾ ਨਹੀਂ ਅਜੀਬ ਜਿਹਾ ਲੱਗਣ ਲੱਗ ਪੈਂਦਾ ਹੈ। ਲਾਈਕ ਆਈ ਸਟਾਰਟ ਫੀਲਿੰਗ ਲਾਈਕ ਆਈ ਐਮ ਨਾਟ ਡੂਇੰਗ ਅਨਫ, ਔਰ ਆਈ ਐਮ ਨਾਟ ਡੂਇੰਗ ਅਨਫ ਇਨ ਮਾਈ ਲਾਈਫ, ਆਈ ਸ਼ੁੱਡ ਡੂ ਮੋਰ। ਮਤਲਬ ਕਿ ਸਾਰੇ ਨਾ ਥੋਟਸ ਐਂਡ ਸਭ ਕੁਛ ਦਿਮਾਗ ਵਿੱਚ ਆਉਣ ਲੱਗ ਪੈਂਦਾ। ਮੈਨੂੰ ਦੱਸਣਾ ਅਗਰ ਤੁਹਾਨੂੰ ਵੀ ਇੱਦਾਂ ਲੱਗੇ ਹੈ ਨਾ। ਅਤੇ ਆਈ ਫੀਲ ਅ ਲਿਟਲ ਬਿਟ ਡਲ ਐਂਡ ਡੀਮੋਟੀਵੇਟਿਡ। ਮਤਲਬ ਕਿ ਸਵੇਰੇ ਪੂਰੀ ਮੋਟੀਵੇਸ਼ਨ ਪੀਕ 'ਤੇ ਹੁੰਦੀ ਹੈ ਐਕਸੈਪਟ ਫॉर ਮੰਡੇਜ਼। ਫਰਾਈਡੇ ਨੂੰ ਪੂਰਾ ਦਿਨ ਵਧੀਆ ਜਾਂਦਾ ਹੈਗਾ, ਫਰਾਈਡੇ ਨੂੰ ਇੰਨੀ ਚਾਹ ਹੁੰਦਾ ਹੈ ਕਿ ਵੀਕਐਂਡ ਆਉਣ ਲੱਗਾ। ਬਟ ਜਿੱਦਾਂ ਕਿ ਬਾਕੀ ਡੇਜ਼ ਹੈ ਨਾ, ਮੈਨੂੰ ਬਹੁਤ ਅਜੀਬ ਜਿਹਾ ਲੱਗਣ ਲੱਗ ਪੈਂਦਾ ਇਨ ਮਿਡਲ ਆਫ ਦ ਡੇ, ਐਂਡ ਆਈ ਫੀਲ ਲਾਈਕ ਕਿ ਸ਼ਾਇਦ ਹੋਰ ਕੁਛ ਵੀ ਕਰਨਾ ਚਾਹੀਦਾ ਹੈਗਾ ਨਾ। ਮਤਲਬ ਕਿ ਆਈ ਐਮ ਨਾਟ ਡੂਇੰਗ ਅਨਫ, ਬਸ ਉਹ ਸਭ ਚੀਜ਼ਾਂ। ਇਸ ਲਈ ਮੈਂ ਕਿਹਾ ਚਲੋ ਸ਼ੇਅਰ ਕਰਕੇ ਦੇਖੀਏ, ਅਗਰ ਤੁਹਾਨੂੰ ਵੀ ਇੱਦਾਂ ਲੱਗਦਾ ਹੋਵੇ ਤਾਂ ਯੂ ਆਰ ਨਾਟ ਅਲੋਨ ਇਨ ਦਿਸ। ਮੈਨੂੰ ਵੀ ਇੱਦਾਂ ਪੂਰਾ ਫੀਲ ਹੁੰਦਾ ਹੈਗਾ ਹੁਣ। ਸੋ ਗਾਈਸ ਮੈਂ ਕੌਫੀ ਤਾਂ ਆਪਣੀ ਪੀ ਹੀ ਨਹੀਂ ਪਾਈ, ਲਾਈਕ ਆਈ ਡਰੈਂਕ ਓਨਲੀ 1 to 2 ਸਿਪ, ਅਤੇ ਮੈਨੂੰ ਬਹੁਤ ਅਜੀਬ ਲੱਗਣ ਲੱਗ ਪਿਆ ਕੌਫੀ ਚਾਹ ਪੀ ਕੇ। ਸੋ ਨਾਓ ਆਈ ਐਮ ਹੈਵਿੰਗ ਵਾਟਰਮੈਲਨ, ਕਿਉਂਕਿ ਕੌਫੀ ਪੀ ਕੇ ਵਧੀਆ ਜਿਹਾ ਨਹੀਂ ਲੱਗਦਾ ਹੈਗਾ। ਚਾਹ ਤਾਂ ਵੀ ਠੀਕ ਹੈ, ਕੌਫੀ ਬਸ ਦੀ ਗੱਲ ਨਹੀਂ। ਕੁਛ ਦਿਨ ਤੋਂ ਮੈਂ ਟਰਾਈ ਕਰ ਰਹੀ ਸੀਗੀ, ਬਟ ਵਧੀਆ ਜਿਹਾ ਨਹੀਂ ਲੱਗਦਾ ਨਾ ਕੌਫੀ ਪੀ ਕੇ। ਅਤੇ ਫਰੂਟ ਮੇਰੇ ਫੇਵਰੇਟ ਚੀਜ਼ ਹੈ, ਅਤੇ ਫਿਰ ਆਪਾਂ ਵਾਟਰਮੈਲਨ ਖਾ ਰਹੇ ਹਾਂ ਅਤੇ ਨਾਲ ਕਰ ਰਹੇ ਹਾਂ ਕੰਮ। ਸੋ ਗਾਈਜ਼ 3 ਵੱਜਣ ਲੱਗੇ ਨੇ, ਅਤੇ ਮੈਨੂੰ ਬਹੁਤ ਜ਼ਿਆਦਾ ਵਾਲੀ ਭੁੱਖ ਲੱਗੀ ਹੈ, ਬਹੁਤ ਜ਼ਿਆਦਾ ਵਾਲੀ। ਹੁਣ ਬਸ ਕਰਨ ਨੂੰ ਉਠਾਉਣਾ ਛੇਤੀ 5-10 ਮਿੰਟ ਤਾਂ ਉਹਨਾਂ ਨੂੰ ਉੱਠਦੇ ਲੱਗ ਜਾਣਾ। ਫਿਰ ਖਾਵਾਂਗੇ ਲੰਚ ਆਲਰੇਡੀ ਤਿਆਰ ਹੈ, ਬੰਨੇ ਨੇ ਮਟਰ ਆਲੂ, ਅਤੇ ਮੈਨੂੰ ਬਹੁਤ ਜ਼ਿਆਦਾ ਵਾਲੀ ਭੁੱਖ ਲੱਗੀ ਹੈ। ਅਤੇ ਬਸ ਹੁਣ ਕਰਨ ਨੂੰ ਉਠਾ ਕੇ ਲੰਚ ਕਰਾਂਗੇ, ਅਤੇ ਆਲਮੋਸਟ 3 ਹੋ ਗਏ, ਸਿਰਫ 2 ਘੰਟੇ ਰਹਿੰਦੇ ਨੇ ਕੰਮ ਖਤਮ ਹੋਣ ਨੂੰ। ਅਤੇ ਇਸ ਵਕਤ ਤਾਂ ਬਸ
ਮੈਨੂੰ ਇੰਨਾ ਚਾਹ ਚਾੜਿਆ ਹੁੰਦਾ ਨਾ ਕਿ ਬਸ ਕੰਮ ਤਾਂ ਖਤਮ ਹੀ ਹੋਣ ਲੱਗਿਆ ਹੈ। ਹੁਣ ਮੈਂ ਜਾਵਾਂਗੀ ਕਰਨ ਉਠਾਣ, ਫਿਰ ਕਰਾਂਗੇ ਲੰਚ ਔਰ ਫਿਰ ਆਪਾਂ ਤੁਹਾਨੂੰ ਦੇਖਾਂਗੇ। 5 ਵੱਜ ਗਏ, ਮੇਰਾ ਕੰਮ ਖਤਮ ਹੋ ਗਿਆ, ਮੇਰਾ ਸ਼ੁਰੂ ਹੋ ਗਿਆ। ਸੋ ਗਾਇਜ਼ ਮੇਰਾ ਕੰਮ ਖਤਮ ਹੁੰਦਾ ਹੈ ਤੇ ਕਰਨ ਦਾ ਕੰਮ ਸ਼ੁਰੂ ਹੋਣ ਵਾਲਾ ਹੁੰਦਾ ਹੈ ਤੇ ਕਰਨ ਤਿਆਰ ਹੋ ਕੇ ਜਾਂਦੇ ਨੇ। ਕਰਨ ਦਾ ਵਰਕ ਫਰਮ ਹੋਮ ਨਹੀਂ ਹੈਗਾ, ਕਰਨ ਦਾ ਕੰਮ ਵਰਕ ਫਰਮ ਹੋਮ ਨਹੀਂ ਹੈਗਾ ਤੇ ਕਰਨ ਜਾਂਦੇ ਨੇ ਕੰਮ ਕਰਨ। ਮੇਰਾ ਕੰਮ ਖਤਮ ਹੋ ਗਿਆ, 5 ਵੱਜ ਗਏ ਨੇ, 5 ਹੀ ਹੋ ਗਏ ਨੇ ਤੇ ਕਰਨ ਸਿਰਫ ਘਰੇ ਲੰਚ ਕਰਨ ਆਉਂਦੇ ਆ ਤੇ ਚਾਹ ਪੀਣ ਆਉਂਦੇ ਨੇ। ਪੂਰੇ ਹੈ ਮੇਰੀ ਕਾਫੀ ਗਰਮ ਹੋ ਗਈ। हाँ अज तो कॉफ़ी बनाई है। मैं क्या करन हूँ कि करन मैं तुम्हारे लिए अज बीट करके कॉफ़ी बनाई है। उपरों करन कहते बेचारी दा की कसूर सी जो उन्होंने कुटता बीट वाली मतलब कि ओदी कली कॉफ़ी ते फिर कॉफ़ी क्यों बीट की? कॉफ़ी कहती कि कॉफ़ी ना ऐ वो दिखा रही सीगी अपने रंग दिखा रही सीगी तो मैं क्या उन्होंने बीट कर दी ताकि वधिया होवे। वधिया ना देखो कुट के सारे लोग ठीक हो जाते हैं। तो बस करन आंदे ने 1-2 घंटिया लिए फिर चले जाते हैं। करन दी एक्चुअली 10 घंटिया की शिफ्ट होंगी एक दिन विच, बट होंगी 4 दिन है। बाकी दिन करन अपने साइड हसल करते हैं। हुण बस मैं जावांगी जिम, करन जाणगे काम ते। यही सीगा मेरा अज दा वर्क फ्रॉम होम रूटीन, 9 to 5 जॉब जो भी तुसी कहना चाहो। करन दी आफ्टर 5 जॉब होंदी है। ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ। ਕੁਝ ਨਵਾਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਇਸ ਵੀਡੀਓ ਵਿੱਚ। ਅਗਰ ਤੁਹਾਨੂੰ ਇਹ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਤੇ ਆਪਾਂ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਤੇ। ਟਿਲ ਦੈਨ ਟੇਕ ਕੇਅਰ ਐਂਡ ਬਾਏ ਬਾਏ।